ਦੋਸਤੋ ਅੱਜ ਇਸ ਵੀਡੀਓ ਵਿੱਚ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਪੰਜਾਬ ਦਾ ਜਿਹੜਾ ਕਿਸਾਨ ਹੈ, ਛੋਟਾ ਕਿਸਾਨ ਹੈ, ਦਰਮਿਆਨਾ ਕਿਸਾਨ ਹੈ, ਵੱਡਾ ਕਿਸਾਨ ਵੀ ਕਹਿ ਦਿੰਦੇ ਨੇ ਔਰ ਬਾਜ਼ ਵਕਤ ਮੀਡੀਆ ਦੇ ਵਿੱਚ ਆਉਂਦਾ ਹੈ ਕਿ ਬੜਾ ਅਮੀਰ ਕਿਸਾਨ ਹੈ ਪੰਜਾਬ ਦਾ। ਉਹਦੀ ਫੀ ਏਕੜ ਆਮਦਨੀ ਕਿੰਨੀ ਹੈ, ਇਹ ਮੰਨਦੇ ਹੋਏ, ਇਹ ਦੇਖਦੇ ਹੋਏ ਕਿ ਉਹ ਕਣਕ ਦੀ ਅਤੇ ਝੋਨੇ ਦੀ ਯਾਨੀ ਪੈਡੀ ਰਾਈਸ ਦੀ ਜਿਹੜੀ ਉਹ ਕਾਸ਼ਤ ਕਰਦਾ ਹੈ ਔਰ ਉਸ ਕਾਸ਼ਤ ਦੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ MSP ਜਿਹਨੂੰ ਕਹਿੰਦੇ ਹਾਂ, ਉਹਦੇ 'ਤੇ ਜਿਹੜੀ ਝਾੜ ਨਿਕਲਦਾ ਹੈ ਉਸ ਨੂੰ ਲੈ ਕੇ ਕਿੰਨਾ ਕੁ ਜਿਹੜਾ ਮੁਨਾਫਾ ਹੈ, ਆਮਦਨ ਫੀ ਏਕੜ ਇੱਕ ਆਮ ਸਧਾਰਨ ਕਿਸਾਨ ਨੂੰ ਮਿਲਦੀ ਹੈ। ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕੇਂਦਰ ਦੇ 3 ਕਾਨੂੰਨ ਆਏ ਨੇ ਫਾਰਮ ਲਾਜ਼, ਉਹਦੇ ਬਾਰੇ ਨਹੀਂ ਗੱਲ ਕਰ ਰਹੇ। ਆਪਾਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਜੋ ਪੰਜਾਬ ਦਾ ਕਿਸਾਨ ਹੈ ਉਹਨੂੰ ਕਿੰਨੀ ਕੁ ਆਮਦਨ ਹੈ, ਤਾਂ ਕਿ ਇਹ ਗੱਲ ਉੱਭਰ ਕੇ ਸਾਹਮਣੇ ਆ ਸਕੇ ਕਿ ਇਸ ਵੀਟ ਪੈਡੀ ਦੇ ਨਿਜ਼ਾਮ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਨੂੰ ਮੁੱਖ ਰੱਖਦੇ ਹੋਏ ਵੀ ਆਖਿਰਕਾਰ ਇੱਕ ਪੰਜਾਬੀ ਕਿਸਾਨ ਦੇ ਪੱਲੇ ਫੀ ਏਕੜ ਆਮਦਨ ਪੈਂਦੀ ਕਿੰਨੀ ਕੁ ਹੈ। ਸੋ ਆਪਾਂ ਅੰਕੜਿਆਂ ਦਾ ਸਹਾਰਾ ਲੈ ਕੇ ਗੱਲ ਕਰਾਂਗੇ ਔਰ ਅੰਕੜੇ ਵੀ 2 ਤਰ੍ਹਾਂ ਦੇ ਹੋਣਗੇ। ਉਹਨਾਂ ਨੂੰ ਸਾਹਮਣੇ ਰੱਖਦੇ ਹੋਏ ਫਿਰ ਆਪਾਂ ਦੇਖਾਂਗੇ ਕਿ ਪੰਜਾਬ ਦੇ ਕਿਸਾਨ ਦੀ ਆਮਦਨ ਹੈ ਕਿੰਨੀ ਕੁ। ਪੰਜਾਬ ਦੀ ਜਿਹੜੀ ਮੌਜੂਦਾ ਜਨ ਵਸੋਂ ਹੈ, ਪੋਪੂਲੇਸ਼ਨ ਹੈ, ਉਹ 3 ਕਰੋੜ 10 ਲੱਖ ਮੰਨੀ ਜਾ ਰਹੀ ਹੈ ਔਰ ਜਿਹੜਾ ਚਾਲੂ ਮਾਲੀ ਸਾਲ ਹੈ 2020-21 ਜਿਹੜਾ ਅਗਲੇ 31 ਮਾਰਚ ਨੂੰ ਖਤਮ ਹੋਣਾ ਹੈ, ਉਹਦੇ ਵਿੱਚ ਪੰਜਾਬ ਦੀ ਜਿਹੜੀ ਗਰੋਸ ਇਨਕਮ ਹੈ, ਸਟੇਟ GDP ਹੈ, ਗਰੋਸ ਡੋਮੈਸਟਿਕ ਪ੍ਰੋਡਕਟ ਹੈ, ਉਹ 6.44 ਲੱਖ ਕਰੋੜ ਰੁਪਏ ਦੀ ਐਸਟੀਮੇਟ ਹੈ। ਇਹ ਪੁਰਾਣੀਆਂ ਫਿਗਰਾਂ ਚੱਲੀਆਂ ਆ ਰਹੀਆਂ ਨੇ, ਹਰ ਸਾਲ ਥੋੜ੍ਹੀਆਂ ਥੋੜ੍ਹੀਆਂ ਵੱਧਦੀਆਂ ਨੇ। ਸੋ ਇਹਨਾਂ ਫਿਗਰਾਂ ਦੇ ਵਿੱਚ ਕੋਈ ਵੱਡਾ ਵਾਦ ਵਿਵਾਦ ਨਹੀਂ। ਪੰਜਾਬ ਦਾ ਐਸਟੀਮੇਟਡ ਕਰੰਟ ਜਿਹੜਾ ਸਟੇਟ GDP ਹੈ ਉਹ 6.44 ਲੱਖ ਕਰੋੜ ਹੈ ਔਰ ਇਸ GDP ਦੇ ਵਿੱਚ 25% ਜਿਹਨੂੰ ਪ੍ਰਾਇਮਰੀ ਸੈਕਟਰ ਆਪਾਂ ਕਹਿੰਦੇ ਹਾਂ, 25% ਸਨਅਤੀ ਇੰਡਸਟਰੀ ਅਤੇ 25% ਸਰਵਿਸਿਜ਼ ਜਿਹੜੀਆਂ ਸੈਕਟਰ ਨੇ, 50% ਜਿਹੜੀਆਂ ਸਰਵਿਸਿਜ਼ ਸੈਕਟਰ ਨੇ, ਉਹਦੇ ਨਾਲ ਇਹ ਮੁਸ਼ਤਮਿਲ ਹੈ। ਲੇਕਿਨ ਜਿਹੜੀ ਚੀਜ਼ ਸਾਹਮਣੇ ਰੱਖਣ ਵਾਲੀ ਇਹ ਹੈ ਕਿ ਜਿਹਨੂੰ 25% ਆਪਾਂ ਪ੍ਰਾਇਮਰੀ ਸੈਕਟਰ ਕਹਿੰਦੇ ਆ, ਉਹ ਇਕੱਲਾ ਅਤੇ ਇਕੱਲਾ ਖੇਤੀ ਨਹੀਂ, ਉਸ ਦੇ ਵਿੱਚ ਐਨੀਮਲ ਹਸਬੈਂਡਰੀ ਯਾਨੀ ਕਿ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਨੇ ਉਹ ਵੀ ਸ਼ਾਮਲ ਨੇ। ਇਸ 25% ਦੇ ਵਿੱਚ 15% ਕ੍ਰੌਪ ਜਾਂ ਫਾਰਮ ਸੈਕਟਰ ਹੈ, ਯਾਨੀ ਕਿ ਫਸਲਾਂ ਤੋਂ ਜਿਹੜੀ ਆਮਦਨ ਆਉਂਦੀ ਹੈ ਇਸ 25 ਤੋਂ 15% ਨਾਲ, ਅਤੇ 10% ਜਿਹੜਾ ਇੱਕ ਬੜਾ ਅਹਿਮ ਪ੍ਰਾਇਮਰੀ ਸੈਕਟਰ ਦਾ ਹਿੱਸਾ ਹੈ ਉਹ ਤੁਹਾਡਾ ਦੁਧਾਰੂ ਜਿਹੜੇ ਡੰਗਰ ਆਪਾਂ ਰੱਖਦੇ ਹਾਂ, ਮਿਲਕ ਗਿਵਿੰਗ ਐਨੀਮਲਸ, ਕਾਊਜ਼ ਐਂਡ ਬਫਲੋਜ਼ ਆਮ ਤੌਰ 'ਤੇ ਪਿੰਡਾਂ ਵਿੱਚ ਰੱਖੇ ਜਾਂਦੇ ਨੇ, ਉਹਨਾਂ ਦੇ ਨਾਲ ਇਹ ਕਿਸਾਨ ਨੂੰ ਮਿਲਦਾ ਹੈ। ਔਰ ਇਹ ਵੀ ਇੱਕ ਤਰ੍ਹਾਂ ਦਾ ਐਸਟੀਮੇਟ ਹੈ ਕਿ ਪੰਜਾਬ ਦੀ ਜਿਹੜੀ ਜਨ ਵਸੋਂ ਹੈ ਉਸ ਦੇ ਵਿੱਚੋਂ 58% ਪ੍ਰਾਇਮਰੀ ਸੈਕਟਰ ਦੇ ਉੱਪਰ ਨਿਰਭਰ ਕਰਦੀ ਹੈ। ਸੋ ਇਹਨਾਂ ਅੰਕੜਿਆਂ ਨੂੰ ਲੈ ਕੇ ਅੱਗੇ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਕਿਸਾਨ ਦੇ ਹੱਥ ਪੱਲੇ ਫੀ ਏਕੜ ਪੈਂਦਾ ਕੀ ਹੈ। ਸੋ ਦੋਸਤੋ ਅੱਗੇ ਵਧਦੇ ਹੋਏ ਆਪਾਂ ਇਹ ਦੇਖੀਏ ਕਿ ਜੇ ਸਟੇਟ GDP ਪੰਜਾਬ ਦਾ 6.44 ਲੱਖ ਕਰੋੜ ਹੈ ਅਤੇ 3 ਕਰੋੜ 10 ਲੱਖ ਜਨ ਵਸੋਂ ਪੰਜਾਬ ਦੀ ਮੌਜੂਦਾ ਐਸਟੀਮੇਟਡ ਹੈ, ਤਾਂ ਇਹਨਾਂ ਨੂੰ ਤਕਸੀਮ ਕਰਦੇ ਹੋਏ ਸਾਡੇ ਪਾਸ ਜਿਹੜਾ ਫਿਗਰ ਆਉਂਦਾ ਹੈ 2,07,000 ਫੀ ਪਰਸਨ, ਫੀ ਬੰਦਾ, ਫੀ ਸਾਲ, ਯਾਨੀ ਕਿ ਸਟੇਟ ਦੀ ਜਿਹੜੀ ਐਵਰੇਜ ਪਰ ਕੈਪੀਟਾ ਇਨਕਮ ਹੈ 2,07,000 ਰੁਪਏ ਸਾਲਾਨਾ ਹੈ। ਉਸ ਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਆ ਗਏ, ਥੋੜ੍ਹਾ ਸਨਅਤੀ ਸੈਕਟਰ ਵੀ ਆ ਗਿਆ, ਸਰਵਿਸਿਜ਼ ਸੈਕਟਰ, ਪੜ੍ਹੇ ਲਿਖੇ, ਸੌਫਟਵੇਅਰ ਐਂਡ ਇਹਦੇ ਵਿੱਚ ਜਿਹੜਾ ਥੋੜ੍ਹਾ ਪੰਜਾਬੀ ਫਾਰਮਰ, ਕਿਸਾਨ, ਐਨੀਮਲ ਹਸਬੈਂਡਰੀ ਵਾਲਾ ਸਾਰਾ ਜਿਹੜਾ ਐਵਰੇਜ ਹੈ ਉਹ 2,07,000 ਰੁਪਏ ਸਾਲਾਨਾ ਹੈ। ਹੁਣ ਇਸ ਦੇ ਵਿੱਚੋਂ ਆਪਾਂ ਦੇਖੀਏ ਕਿ ਫਾਰਮ ਵਾਲਿਆਂ ਦੇ ਪੱਲੇ ਕੀ ਪੈਂਦਾ ਹੈਗਾ। ਜੇ ਇਹ 2,07,000 25% ਜਿਹੜਾ ਹੈ ਅਕਾਊਂਟ ਫੋਰ ਕਰਦਾ ਹੈ ਅਤੇ 58% ਪਾਪੂਲੇਸ਼ਨ ਇਸ 'ਤੇ ਨਿਰਭਰ ਕਰਦੀ ਹੈ, ਤਾਂ 25 ਨਾਲ ਗੁਣਾ ਕਰਕੇ ਇਹਨੂੰ 58 ਨਾਲ ਤਕਸੀਮ ਕਰੋ, ਉਹ ਜਿਹੜਾ ਫਿਗਰ ਆਉਂਦਾ ਹੈ ਉਹ 99,500 ਰੁਪਏ ਫੀ ਪਰਸਨ, ਫੀ ਬੰਦਾ, ਫੀ ਸਾਲ। ਯਾਨੀ ਕਿ ਜਿਹੜਾ ਬੰਦਾ, ਜਿਹੜੀ ਪੰਜਾਬ ਦੀ ਜਨ ਵਸੋਂ ਪ੍ਰਾਇਮਰੀ ਸੈਕਟਰ ਮਤਲਬ ਫਸਲ, ਖੇਤੀਬਾੜੀ ਅਤੇ ਡੰਗਰਾਂ ਵਾਲਾ ਜਿਹੜਾ ਕੰਮ ਹੈ, ਦੁਧਾਰੂ ਪਸ਼ੂ,
ਉਹਨਾਂ 'ਤੇ ਨਿਰਭਰ ਕਰਦੀ ਹੈ। ਉਹਨਾਂ ਦੀ ਜਿਹੜੀ ਸਾਲਾਨਾ ਐਵਰੇਜ ਇਨਕਮ ਹੈ ਉਹ ਸਿਰਫ 99,500 ਰੁਪਇਆ ਪਰ ਪਰਸਨ ਹੈ। ਔਰ ਜੇ ਇਹਨੂੰ ਫਰਦਰ ਸੈਗਰੀਗੇਟ ਕਰੀਏ, ਡੰਗਰਾਂ ਵਾਲਾ ਸੈਗਮੈਂਟ ਆਪਾਂ ਕੱਢ ਦਈਏ, ਸੋ ਕੱਲਾ ਕ੍ਰੌਪ ਤੋਂ ਦੇਖੀਏ ਕੀ ਆਉਂਦਾ ਹੈ, ਤਾਂ 99,500 ਇੰਟੂ 25 ਬਟਾ 40, 40 ਕਿੱਥੋਂ ਆਉਂਦਾ ਹੈ, 15 ਜਮਾ 25, 56,000 ਰੁਪਏ ਪਰ ਸਾਲ ਫੀ ਪਰਸਨ ਕ੍ਰੌਪ ਦੇ ਵਿੱਚੋਂ ਆਉਂਦਾ ਹੈ। ਯਾਨੀ ਕਿ ਜੇ ਪੰਜਾਬ ਦੀ ਜਿਹੜੀ ਪਰ ਕੈਪੀਟਾ ਇਨਕਮ ਫੀ ਬੰਦੇ ਦੇ ਹਿਸਾਬ ਨਾਲ ਆਮਦਨੀ ਸਾਲਾਨਾ ਹੈਗੀ ਹੈ 2,07,000, ਅਤੇ ਇਕੱਲੇ ਖੇਤੀਬਾੜੀ 'ਤੇ ਜਿਹੜੇ ਨਿਰਭਰ ਕਰਦੇ ਨੇ 58% ਬੰਦੇ, ਉਹਨਾਂ ਦੇ ਕੋਲ ਸਿਰਫ 56,000 ਰੁਪਏ ਸਾਲਾਨਾ ਆਉਂਦੇ ਨੇ ਐਵਰੇਜ 'ਤੇ। ਯਾਨੀ ਕਿ ਐਵਰੇਜ ਪੰਜਾਬ ਦੀ ਜਿਹੜੀ ਕਿ ਬੜੀ ਹੀ ਮੋਡੈਸਟ ਹੈ, ਕੋਈ ਲੰਬੀ ਛੌੜੀ ਇਹ ਨਹੀਂ ਹੈ ਕਿ ਤੁਸੀਂ ਕੈਲੀਫੋਰਨੀਆ ਜਾਂ ਟਰਕੀ ਦੇ ਜਾਂ ਈਸਟਰਨ ਯੂਰਪੀਅਨ ਮੁਲਕਾਂ ਦੇ ਬਰਾਬਰ ਹੈ, ਮੋਡੈਸਟ ਹੈ। ਉਹਦੇ ਮੁਕਾਬਲੇ ਤਕਰੀਬਨ 1/4 ਦੇ ਕਰੀਬ ਹੀ ਹੈ। ਅਤੇ ਜੇ ਡੰਗਰਾਂ ਵਾਲਾ ਦੁੱਧ ਦੀ ਇਨਕਮ ਵਗੈਰਾ ਤੁਸੀਂ ਵਿੱਚ ਪਾ ਲਓ ਤਾਂ ਉਹ ਮਸੀਂ 99,500 ਬਣਦੀ ਹੈ। ਸੋ ਇਸ ਕਰਕੇ ਇਹ ਕਹਿਣਾ ਕਿ ਪੰਜਾਬੀ ਫਾਰਮਰ, ਪੰਜਾਬ ਦੀ ਜਿਹੜੀ ਜਨਵਸੋਂ ਵਿੱਚੋਂ 58% ਫਾਰਮਰ, ਨੌਨ ਫਾਰਮਰ, ਐਗਰੀਕਲਚਰ ਲੇਬਰ, ਲੈਂਡਲੈਸ ਫਾਰਮਰ ਜਿਹਨੂੰ ਕਹਿੰਦੇ ਨੇ ਕਿ ਆਪਣੀ ਜ਼ਮੀਨ ਨਹੀਂ ਹੈ ਠੇਕੇ 'ਤੇ ਲੈ ਕੇ ਕਰਦਾ, ਉਹਨਾਂ ਸਾਰਿਆਂ ਦੇ ਖਰਚੇ ਕੱਟਣ ਤੋਂ ਬਾਅਦ ਜਿਹੜਾ ਹੱਥ ਪੱਲੇ ਪੈਂਦਾ ਹੈਗਾ ਉਹ ਫੀ ਪਰਸਨ 99,500 ਡੰਗਰਾਂ ਵਾਲਾ ਕੰਮ ਪਾ ਕੇ। ਅਤੇ ਜੇ ਡੰਗਰਾਂ ਵਾਲਾ ਆਪਾਂ ਮਨਫੀ ਕਰ ਦਈਏ ਤਾਂ ਫਸਲਾਂ ਤੋਂ ਜਿਹੜਾ ਆਉਂਦਾ, ਸਾਰੀਆਂ ਫਸਲਾਂ ਐਵਰੇਜ ਤੌਰ 'ਤੇ ਉਹ ਪੰਜਾਬੀ ਕਿਸਾਨ ਦੇ ਪਰ ਪਰਸਨ 56,000 ਰੁਪਏ ਫੀ ਪਰਸਨ ਸਾਲਾਨਾ ਪੈਂਦਾ ਹੈ। ਸੋ ਇਹ ਕਹਿਣਾ ਕਿ ਪੰਜਾਬੀ ਫਾਰਮਰ ਬੜਾ ਅਮੀਰ ਹੈ, ਰਿਚ ਹੈ, ਅਤੇ ਇਹ ਬੜੀ ਭਾਰੀ ਕੋਈ MSP ਦੇ ਕੇ ਇਹਦੀ ਆਮਦਨ ਵੱਧ ਗਈ ਹੈ, ਤਾਂ ਇਹ ਜਿਹੜੀ ਇਨਫਰੈਂਸ ਹੈ, ਇਹ ਜਿਹੜੇ ਅੰਕੜੇ ਇਸ ਚੀਜ਼ ਨੂੰ ਘੱਟੋ ਘੱਟ ਜਿਹੜੇ ਦਰਸਾ ਰਹੇ ਨੇ ਉਹ ਇਹ ਹੈ ਕਿ ਪੰਜਾਬੀ ਫਾਰਮਰ ਆਮ ਸਧਾਰਨ ਪੰਜਾਬੀ ਦੇ ਤੁਲਨਾ ਦੇ ਵਿੱਚ ਵੀ ਤਕਰੀਬਨ 1/4 ਦੀ ਆਮਦਨ ਹੀ ਹੈ। ਇਹਨਾਂ ਅੰਕੜਿਆਂ ਨੂੰ ਅੱਗੇ ਲੈ ਕੇ ਚੱਲੀਏ ਤਾਂ ਪੰਜਾਬ ਦਾ ਜਿਹੜਾ ਟੋਟਲ ਏਰੀਆ ਹੈ 50,000 ਸਕੁਆਇਰ ਕਿਲੋਮੀਟਰ ਹੈ, ਯਾਨੀ ਕਿ 50 ਲੱਖ ਹੈਕਟੇਅਰ ਜਿਹਨੂੰ ਆਪਾਂ ਕਹਿੰਦੇ ਹਾਂ। ਔਰ ਇਹਦੇ ਵਿੱਚੋਂ ਜਿਹੜਾ ਜ਼ੇਰ ਕਾਸ਼ਤ ਹੈ, ਸ਼ਹਿਰਾਂ ਨੂੰ ਛੱਡ ਦਈਏ, ਸੜਕਾਂ ਨੂੰ ਛੱਡ ਦਈਏ, ਨਹਿਰਾਂ ਨੂੰ ਛੱਡ ਦਈਏ, ਜੰਗਲਾਤ ਨੂੰ ਛੱਡ ਦਈਏ, ਨੀਮ ਪਹਾੜੀ ਇਲਾਕਾ ਜਿਹੜਾ ਉਹਨੂੰ ਛੱਡ ਦਈਏ, ਉਹ ਸਾਰੇ ਕਾਸੇ ਤੋਂ ਬਾਅਦ 83% 83.4% ਪੰਜਾਬ ਦਾ ਏਰੀਆ, ਯਾਨੀ ਕਿ 42 ਲੱਖ ਹੈਕਟੇਅਰ, ਯਾਨੀ ਕਿ 1 ਕਰੋੜ ਏਕੜ ਸਾਡਾ ਜਿਹੜਾ ਹੈ ਉਹ ਖੇਤੀਬਾੜੀ ਦੇ ਥੱਲੇ ਏਰੀਆ ਹੈ। ਸੋ ਇਸ ਤੋਂ ਬਾਅਦ ਇੱਕ ਬੜੀ ਸਿੰਪਲ ਕੈਲਕੂਲੇਸ਼ਨ ਹੈ, ਸਾਡਾ ਸਟੇਟ ਦਾ GDP ਕਿੰਨਾ ਹੈ ਜੀ, 6.44 ਲੱਖ ਕਰੋੜ, ਅਤੇ ਇਹਨੂੰ ਤੁਸੀਂ 15% ਜਿਹੜਾ ਸਿਰਫ ਹੈ ਉਹ ਖੇਤੀਬਾੜੀ ਦੇ ਵਿੱਚੋਂ ਆਉਂਦਾ ਹੈ। ਔਰ ਖੇਤੀਬਾੜੀ ਦੇ ਵਿੱਚੋਂ ਜਿਹੜਾ ਆਉਂਦਾ ਹੈ GDP ਉਹ 15% ਹੈ। ਉਹ ਲੈ ਲਓ, ਉਹਦੇ ਵਿੱਚ ਕਣਕ ਆ ਗਈ, ਜੀਰੀ ਆ ਗਈ, ਝੋਨਾ, ਬਾਸਮਤੀ ਆ ਗਈ, ਇਹਦੇ ਵਿੱਚ ਗੰਨਾ ਆ ਗਿਆ, ਇਹਦੇ ਵਿੱਚ ਤੁਹਾਡਾ ਨਰਮਾ ਜਾਂ ਕਾਟਨ ਆ ਗਈ, ਅਤੇ ਜਿਹੜੇ ਸਿਟਰਸ, ਨਿੰਬੂ, ਇਹ ਸਾਰਾ ਸਬਜ਼ੀਆਂ ਵਗੈਰਾ ਸ਼ਾਮਲ ਨੇ ਕ੍ਰੌਪ ਸੈਕਟਰ ਮੁਕੰਮਲ ਤੌਰ 'ਤੇ। ਸੋ 6.44 ਇੰਟੂ 0.15 ਬਟਾ ਤੁਸੀਂ ਉਹੀ ਲਾ ਲਓ ਜਿਹੜਾ ਤੁਹਾਡਾ 1 ਕਰੋੜ ਏਕੜ ਹੈ। ਸੋ ਫਿਗਰ ਜਿਹੜਾ ਤੁਹਾਡਾ ਗਰੋਸ ਫਿਗਰ ਹੈ, ਖਰਚੇ ਹਜੇ ਆਪਾਂ ਕੱਟਣੇ ਨੇ, ਉਹ 92,000 ਰੁਪਏ ਫੀ ਏਕੜ ਪੰਜਾਬ ਦੇ ਕਿਸਾਨ ਜਾਂ ਜ਼ਿਮੀਂਦਾਰ ਨੂੰ ਆਉਂਦਾ ਹੈ। ਇਸ ਦੇ ਵਿੱਚ ਡੰਗਰਾਂ ਵਾਲਾ ਜਿਹੜਾ ਐਨੀਮਲ ਹਸਬੈਂਡਰੀ ਵਾਲਾ ਫਿਗਰ ਆਪਾਂ ਨਹੀਂ ਪਾਇਆ, ਇਹ ਨਿਰੋਲ ਫਾਰਮਿੰਗ ਕ੍ਰੌਪ ਸੈਕਟਰ ਦੇ ਵਿੱਚੋਂ ਜਿਹੜਾ ਆਉਂਦਾ ਹੈ ਉਹ ਐਵਰੇਜ ਤੌਰ 'ਤੇ ਸਾਰੀਆਂ ਫਸਲਾਂ ਨੂੰ ਮੁੱਖ ਰੱਖਦੇ ਹੋਏ 1 ਏਕੜ ਮਗਰ ਗ੍ਰੋਸ ਫਿਗਰ 92,000 ਰੁਪਏ ਫੀ ਏਕੜ ਬਣਦੀ ਹੈ। ਇਹਦੇ ਵਿੱਚ ਖਰਚੇ ਆਪਾਂ ਪਾਉਣੇ ਨੇ, ਉਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ। ਸੋ ਇਹ ਨਹੀਂ ਹੈ ਕਿ ਪਰ ਏਕੜ ਦੇ ਹਿਸਾਬ ਨਾਲ ਮਣਾ ਮੂੰਹ ਪੈਸਾ ਜਿਹੜਾ ਪੰਜਾਬ ਦੇ ਕਿਸਾਨ ਨੂੰ ਆ ਰਿਹਾ, ਉਹ ਤਾਂ ਮਸਾਂ ਹੀ ਮਤਲਬ ਹੈਂਡ ਟੂ ਮਾਊਥ ਵਾਲੀ ਹੀ ਗੱਲ ਹੈ। ਸੋ ਇਹ ਅੰਕੜੇ ਤਾਂ ਆ ਗਏ ਜੀ ਜਿਹੜੇ ਮੈਕਰੋ ਫਿਗਰਸ ਜਿਹਨੂੰ ਕਹਿੰਦੇ ਨੇ। ਹੁਣ ਆਪਾਂ ਦੇਖਣਾ ਇਹ ਹੈ ਕਿ ਲੋਕ ਕਹਿੰਦੇ ਨੇ ਪੰਜਾਬ 'ਚ ਤਾਂ ਜਿਹੜੀ ਕਣਕ ਦੀ ਅਤੇ ਝੋਨੇ ਦੀ ਝਾੜ ਬੜੀ ਹੁੰਦੀ ਹੈ ਜੀ, ਇਸ 'ਤੇ MSP ਬੜੀ ਹੈ, ਤੋ ਇਸ ਕਰਕੇ ਇਹਨਾਂ ਨੂੰ ਤਾਂ ਆਮਦਨ ਬਾਹਲੀ ਹੈ,
ਇਹ ਤੁਸੀਂ ਜਿਹੜੇ ਅੰਕੜੇ ਦਿੱਤੇ ਨੇ ਸਟੇਟ ਵਾਲੇ ਫਿਗਰਾਂ ਨੇ, ਇਹਨਾਂ ਦਾ ਕੀ ਹੈ। ਸੋ ਆਪਾਂ ਇਹ ਮੰਨ ਕੇ ਚਲੋ, ਪਹਿਲਾਂ ਆਪਾਂ ਕਣਕ ਦੀ ਗੱਲ ਲਈਏ। ਕਣਕ ਦੀ ਪੰਜਾਬ ਦੇ ਵਿੱਚ ਜਿਹੜੀ ਐਵਰੇਜ ਯੀਲਡ ਹੈ ਉਹ ਲੇਟੈਸਟ ਜਿਹੜੇ ਫਿਗਰ ਨੇ 23.1 ਕੁਇੰਟਲ ਫੀ ਏਕੜ। ਵੱਧ ਵੀ ਹੋ ਸਕਦੀ, ਘੱਟ ਵੀ ਹੋ ਸਕਦੀ ਹੈ। ਦੀਜ਼ ਆਰ ਦੀ ਔਸਤਨ ਜਿਹੜੇ ਫਿਗਰ ਨੇ ਉਹ ਇਹ ਨੇ। ਤੇ MSP 1975 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ ਲਾਈਏ ਤਾਂ ਜਿਹੜਾ ਗ੍ਰੋਸ ਫਿਗਰ ਹੈ, ਖਰਚੇ ਹਜੇ ਆਪਾਂ ਪਾਏ ਨਹੀਂ, ਉਹ 45,622 ਰੁਪਏ ਫੀ ਏਕੜ ਕਣਕ ਤੋਂ ਜ਼ਿਮੀਂਦਾਰ ਨੂੰ ਆਉਂਦਾ ਔਸਤ 'ਤੇ। ਔਰ ਖਰਚਾ ਜਿਹੜਾ ਹੈ ਇਹ ਮੇਰੇ ਨਹੀਂ ਹੈ, ਐਗਰੀਕਲਚਰ ਯੂਨੀਵਰਸਿਟੀਆਂ ਦੇ, ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਦੇ ਐਕੈਡੈਮਿਕ ਪੇਪਰਸ, 15 ਤੋਂ 16,000 ਰੁਪਏ ਫੀ ਏਕੜ ਕਣਕ ਦੀ ਜਿਹੜੀ ਕਾਸ਼ਤ ਦੀ ਕੋਸਟ ਹੈ। ਉਹਦੇ ਵਿੱਚ ਤੁਹਾਡੇ ਟਿਊਬਵੈੱਲ, ਟਰੈਕਟਰ, ਡੀਜ਼ਲ, ਲੇਬਰ, ਉਹ ਸਾਰਾ ਪਾ ਪੂ ਕੇ। ਸੋ ਉਹਨਾਂ 'ਚੋਂ ਮਨਫੀ ਕਰੀਏ 45,000 ਦੇ ਵਿੱਚੋਂ ਤੁਸੀਂ 15,000 ਘਟਾਤਾ, ਤਾਂ ਜਿਹੜਾ ਜ਼ਿਮੀਂਦਾਰ ਦੇ, ਕਿਸਾਨ ਦੇ ਪੱਲੇ ਜਿਹੜਾ ਪੈਂਦਾ, ਜਿਹਦੀ ਆਪਣੀ ਜ਼ਮੀਨ ਹੈ, ਉਹ ਤਕਰੀਬਨ ਕਣਕ ਦੇ ਵਿੱਚੋਂ 30,000 ਰੁਪਏ ਫੀ ਕਿੱਲਾ ਜਾਂ ਫੀ ਏਕੜ ਉਹਨੂੰ ਬਚਦਾ। ਇਹਦੇ ਵਿੱਚ ਕਾਸਟ ਆਫ ਲੈਂਡ ਨਹੀਂ ਆਪਾਂ ਲੈ ਰਹੇ, ਆਪਾਂ ਮੰਨ ਰਹੇ ਹਾਂ ਕਿ ਜਿਹੜਾ ਕਿਸਾਨ ਹੈ ਉਹ ਖੁਦ ਮਾਲਕ ਹੈ, ਤੇ ਜੇ ਕਿਤੇ ਉਹਨੇ ਠੇਕੇ 'ਤੇ ਲੈਣੀ ਹੋਵੇ ਜਾਂ ਚੁਕੌਤੇ 'ਤੇ ਲੈਣੀ ਹੋਵੇ, ਉਹਨਾਂ ਉਹ ਮਾਈਨਸ ਹੋ ਜਾਏਗਾ, ਤਾਂ ਉਹਦੇ ਪੱਲੇ ਹੋਰ ਵੀ ਘੱਟ ਆਉਣਾ। ਲੇਕਿਨ ਇੱਕ ਜਿਹੜਾ ਓਨਰਸ਼ਿਪ ਮਾਲਕਾਨਾ ਤੌਰ 'ਤੇ ਕਾਸ਼ਤ ਕਰਦਾ ਹੈ ਪੰਜਾਬੀ ਫਾਰਮਰ, ਉਹਨੂੰ ਕਣਕ ਦੇ ਵਿੱਚੋਂ ਔਸਤਨ ਹਰ ਝਾੜ ਦੇ ਵਿੱਚ 30,000 ਰੁਪਏ ਫੀ ਕਿੱਲਾ ਬਚਦਾ। ਔਰ ਝੋਨੇ ਦੇ ਵਿੱਚ, ਰਾਈਸ, ਪੈਡੀ, ਇਹਦੇ ਵਿੱਚ ਜਿਹੜਾ ਝਾੜ ਹੈ ਇਹਨੂੰ ਤਕਰੀਬਨ ਆਪਾਂ 26 ਕੁਇੰਟਲ ਫੀ ਏਕੜ ਮੰਨਿਆ ਗਿਆ ਹੈ। ਔਰ ਇਹਦੀ ਜਿਹੜੀ MSP 1868 ਰੁਪਏ ਫੀ ਕੁਇੰਟਲ, ਇਹਨੂੰ ਆਪਾਂ ਗੁਣਾ ਕਰੀਏ ਤੇ ਇਹ ਆ ਗਿਆ ਤੁਹਾਡਾ 48,000 ਰੁਪਏ ਫੀ ਏਕੜ। ਤੇ ਪੈਡੀ ਦੀ ਜਿਹੜੀ ਕਾਸਟ ਆਫ ਕਲਟੀਵੇਸ਼ਨ ਥੋੜ੍ਹੀ ਜਿਹੀ ਜ਼ਿਆਦਾ ਹੈ, 18,000 ਰੁਪਏ ਫੀ ਕਿੱਲਾ ਹੈ। ਉਹਨੂੰ ਮਨਫੀ ਕਰੀਏ ਤਾਂ ਉਹੀ ਫਿਗਰ ਤੁਹਾਡਾ 30,000 ਰੁਪਏ ਫੀ ਏਕੜ ਆ ਗਿਆ। ਯਾਨੀ ਕਿ 30,000 ਫੀ ਕਿੱਲਾ ਕਣਕ ਦਾ ਬਚਦਾ ਜ਼ਿਮੀਂਦਾਰ ਨੂੰ, ਕਿਸਾਨ ਨੂੰ, ਔਰ 30,000 ਹੀ ਉਹਨੂੰ ਝੋਨੇ ਦਾ ਬਚਦਾ ਹੈ। ਇਸ ਦੇ ਵਿੱਚ ਮੈਂ ਫਿਰ ਦੁਹਰਾ ਰਿਹਾ ਕਿ ਚੁਕੌਤੇ 'ਤੇ ਜਾਂ ਠੇਕੇ 'ਤੇ ਜਾਂ ਰੈਂਟ 'ਤੇ ਜਾਂ ਲੀਜ਼ 'ਤੇ ਨਹੀਂ ਲਿੱਤੀ ਹੋਈ, ਉਹਦੇ ਅਗਰ ਫਿਗਰਾਂ ਦੇਣੀਆਂ ਪੈਣ ਤਾਂ ਉਨੀਆਂ ਹੋਰ ਮਨਫੀ ਹੋ ਜਾਣਗੀਆਂ। ਇਹ ਸਿਰਫ ਉਹ ਹੈ ਜਿਹੜੀਆਂ ਫਿਗਰਾਂ ਇੱਕ ਸੈਲਫ ਕਲਟੀਵੇਟਿੰਗ, ਖੁਦ ਕਾਸ਼ਤ ਜਿਹੜਾ ਕਿਸਾਨ ਹੈ ਉਹਦੀਆਂ ਨੇ। ਸੋ 60,000 ਰੁਪਏ ਕਿੱਲਾ MSP ਦੇ ਉੱਪਰ ਐਵਰੇਜ ਯੀਲਡ ਜਿਹੜੀ ਪੰਜਾਬ ਦੀ ਮੁੱਖ ਰੱਖਦੇ ਹੋਏ, ਇਹ ਫਿਗਰਾਂ 60,000 ਰੁਪਏ ਫੀ ਕਿੱਲਾ ਕਣਕ ਤੇ ਝੋਨੇ ਦੇ ਵਿੱਚੋਂ ਪੰਜਾਬ ਦੇ ਫਾਰਮਰ ਦੇ ਪੱਲੇ ਪੈਂਦੀਆਂ ਨੇ। ਔਰ ਇਹ ਇਨਕਮ ਬਾਕੀ ਜਿਹੜਾ ਡੇਲੀ ਵੇਜਰ ਹੈ, ਡੇਲੀ ਲੇਬਰਰ ਹੈ, ਉਹਦੇ ਹਿਸਾਬ ਨਾਲ ਕਿੰਨੀਆਂ ਨੇ, ਉਹ ਆਪਾਂ ਅਗਲੇ ਭਾਗ ਦੇ ਵਿੱਚ ਦੇਖਦੇ ਹਾਂ। ਸੋ ਦੋਸਤੋ, ਹੁਣ ਤੱਕ ਦੀ ਜਿਹੜੀ ਆਪਣੀ ਗੱਲ ਹੋਈ ਹੈ ਉਸ ਤੋਂ ਤੱਤ ਇਹ ਨਿਕਲਿਆ ਕਿ ਪੰਜਾਬੀ ਫਾਰਮਰ ਜਿਹੜਾ ਕਣਕ ਤੇ ਝੋਨੇ ਦੀ ਕਾਸ਼ਤ ਕਰਦਾ ਹੈ ਔਰ ਉਹ ਖੁਦ ਕਾਸ਼ਤ ਦਾ ਮਾਲਕ ਹੈ, ਉਹਨੂੰ ਕੱਟ ਕਟਾ ਕੇ ਤਕਰੀਬਨ 60,000 ਰੁਪਏ ਫੀ ਏਕੜ ਬਚਦਾ ਸਾਲ ਦਾ। ਹੁਣ ਇਹ ਬਾਕੀਆਂ ਦੇ ਨਾਲ ਤੁਲਨਾ ਕੀਤੀ ਜਾਵੇ, ਆਪਾਂ ਇਹ ਦੇਖੋ ਕਿ ਚੰਡੀਗੜ੍ਹ ਇੱਕ ਜਿਹੜਾ ਅਨਸਕਿਲਡ ਲੇਬਰ ਹੈ, ਪੰਜਾਬ ਦੇ ਹਰ IAS ਅਫਸਰ ਨੂੰ ਘਰ ਵਿੱਚ ਇੱਕ ਡੋਮੈਸਟਿਕ ਅਟੈਂਡੈਂਟ ਰੱਖਣ ਦੀ ਇਜਾਜ਼ਤ ਹੈ। ਔਰ ਡਿਪਟੀ ਕਮਿਸ਼ਨਰ ਚੰਡੀਗੜ੍ਹ ਦਾ ਜਿਹੜਾ ਰੇਟ ਹੈ ਉਹ 15,003 ਰੁਪਏ ਫੀ ਮਹੀਨਾ ਹੈ। ਸੋ 15,000 ਇੱਕ ਮਹੀਨੇ ਦਾ, ਉਹਨੂੰ 12 ਨਾਲ ਤਕਸੀਮ ਕੀਤਾ, 1,80,000 ਤਾਂ ਅਨਸਕਿਲਡ ਡੋਮੈਸਟਿਕ ਅਟੈਂਡੈਂਟ ਪੰਜਾਬ ਦੀ ਸਟੇਟ ਕੈਪੀਟਲ ਚੰਡੀਗੜ੍ਹ ਦੇ ਵਿੱਚ ਬਣਾ ਰਿਹਾ। ਔਰ 60,000 ਰੁਪਏ ਫੀ ਕਿੱਲਾ ਖੂਨ ਪਸੀਨਾ ਇੱਕ ਕਰਕੇ ਪੰਜਾਬ ਦਾ ਜਿਹੜਾ ਫਾਰਮਰ ਹੈ ਉਹ ਕਣਕ ਤੇ ਜਿਹੜੀ ਝੋਨੇ ਦੀ ਕਾਸ਼ਤ ਕਰਕੇ MSP ਤੇ ਜੇ ਵਿਕੇ ਤਾਂ, ਤੇ ਜੇ ਉਹਦੀ ਔਸਤ ਯੀਲਡ ਹੋਵੇ ਤਾਂ ਉਹਨੂੰ ਬਚਦਾ। ਯਾਨੀ ਕਿ ਉਹ ਪਰਿਵਾਰ ਜਿਹਦੇ ਕੋਲ 3 ਕਿੱਲੇ 3 ਏਕੜ ਦੀ ਜ਼ਮੀਨ ਹੈ, ਉਹਦੀ ਜਿਹੜੀ ਨੈਟ ਆਮਦਨ ਉਨੀ ਹੈ ਜਿਹੜੀ ਇੱਕ ਅਨਸਕਿਲਡ ਡੋਮੈਸਟਿਕ ਅਟੈਂਡੈਂਟ ਚੰਡੀਗੜ੍ਹ ਵਿਖੇ ਹੈ। ਔਰ ਉਹ ਜਿਹੜੀ 3 ਏਕੜ ਹੈ ਉਹਦੀ ਫੈਮਿਲੀ ਦੀ ਇਨਕਮ ਹੈ। ਇਹ ਜਿਹੜਾ ਡੋਮੈਸਟਿਕ ਅਟੈਂਡੈਂਟ ਹੈ ਉਹਦੇ ਘਰ ਵਾਲਾ ਜਾਂ ਘਰ ਵਾਲੀ ਨੇ ਹੋਰ ਕੰਮ ਕਰਨੇ ਨੇ, ਮੁੰਡੇ ਕੁੜੀਆਂ ਜੇ ਪੜ੍ਹੇ ਲਿਖੇ ਨੇ ਸ਼ਾਇਦ ਉਹ ਵੀ ਪਾਰਟ ਟਾਈਮ ਜੋਬ ਕਰਦੇ ਹੋਣ। ਸੋ ਪੰਜਾਬ ਦੀ ਕਿਸਾਨੀ ਆਪਾਂ ਕਹੀ ਜਾਈਏ ਕਿ MSP ਇੰਨੀ ਹੋ ਗਈ, ਉਰੇ ਤਾਂ ਝਾੜ ਬਹੁਤ ਹੈ, ਤਾਂ ਗ੍ਰੀਨ ਰੈਵੋਲੂਸ਼ਨ ਆਇਆ ਹੋਇਆ, ਪੰਜਾਬ ਦੇ ਤਾਂ ਜਿਹੜਾ ਫਾਰਮਰ ਹੈ ਇਹਨਾਂ ਨੂੰ ਸਿਰੇ ਚਾੜਿਆ ਹੋਇਆ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ।
ਇਹ ਤਾਂ ਮਸੀਂ ਵਿਚਾਰੇ ਆਪਣਾ ਦਾਲ ਫੁਲਕਾ ਚਲਾ ਰਹੇ ਨੇ। ਔਰ 60,000 ਰੁਪਏ ਫੀ ਏਕੜ ਦੇ ਵਿੱਚ ਆਪਾਂ ਜਿੱਦਾਂ ਪਹਿਲਾਂ ਕਿਹਾ ਚੁਕੌਤੇ ਵਾਲੀ ਠੇਕੇ ਵਾਲੀ ਕੋਈ ਗੱਲ ਨਹੀਂ, ਤੁਸੀਂ ਖੁਦ ਕਾਸ਼ਤ ਕਰਦੇ ਹੋ। ਔਰ ਇਸ ਤੋਂ ਇਲਾਵਾ ਤੁਸੀਂ ਕਰਜ਼ਾ ਚੱਕਿਆ, ਆੜਤੀ ਦਾ ਵਿਆਜ ਹੈ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਤੁਹਾਡੀਆਂ ਜ਼ਮੀਨਾਂ ਪਲੈਜਡ ਨੇ, ਉਹਨਾਂ ਚੀਜ਼ਾਂ ਨੂੰ ਆਪਾਂ ਹਜੇ ਗੱਲ ਨਹੀਂ ਕਰ ਰਹੇ। ਸੋ ਇਸ ਕਰਕੇ ਇਸ ਵਿੱਚ ਮਾफ़ ਕਰਨਾ ਇਹ ਕਹਿਣਾ ਗਲਤ ਨਹੀਂ ਹੋਏਗਾ ਮੇਰੀ ਆਪਣੀ ਰਾਏ ਦੇ ਵਿੱਚ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ 90% 95% ਅੰਦਰੋਂ ਖੋਖਲੀ ਹੈ। ਔਰ ਇਹ ਜਿਹੜਾ ਨੈਸ਼ਨਲ ਪੱਧਰ 'ਤੇ ਆਪਾਂ ਕਹਿ ਰਹੇ ਹਾਂ ਕਿ ਬੜੇ ਅਮੀਰ ਕਿਸਾਨ ਨੇ, ਇਹਨਾਂ ਨੂੰ ਬੜੀ MSP ਦਿੱਤੀ ਜਾ ਰਹੀ ਹੈ, ਇੰਨੀ ਸਬਸਿਡੀ ਦਿੱਤੀ ਜਾ ਰਹੀ ਹੈ, ਇਹ ਗਲਤ ਹੈ। ਉਹ ਤਾਂ ਵਿਚਾਰਾ ਆਪਣਾ ਦਾਲ ਫੁਲਕਾ ਮਸਾਂ ਚਲਾ ਰਿਹਾ ਹੈ, ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਿਹਾ ਹੈ। ਹੁਣ ਇਹਦਾ ਹੱਲ ਕੀ ਹੈ? ਇੱਕ ਫੰਡਾਮੈਂਟਲ ਰੀਸਟਰਕਚਰਿੰਗ ਆਫ ਐਗਰੀਕਲਚਰ ਸੈਕਟਰ ਹੋਣੀ ਹੈ। ਇਹ ਸੈਂਟਰ ਦੇ ਕਾਨੂੰਨਾਂ ਨਾਲ ਹੋਣੀ ਹੈ, ਉਹਨਾਂ ਨੂੰ ਰੱਦ ਕਰਨ ਨਾਲ ਹੋਣੀ ਹੈ ਕਿ ਤੁਸੀਂ ਮਾਰਕੀਟ ਰਿਫਾਰਮਸ ਲਿਆਉਣੇ ਨੇ, ਕਿ MSP ਵਧਾਉਣੀ ਹੈ, ਕਿ WTO ਵਾਲਾ ਮਸਲਾ ਹੈ, ਇਹ ਗੱਲਾਂ ਅੱਡ। ਲੇਕਿਨ ਇਹ ਜਿਹੜਾ ਇੱਕ ਬੜਾ ਗੰਭੀਰ ਮਸਲਾ ਪੰਜਾਬ ਦੀ ਕਿਸਾਨੀ ਦਾ ਹੈ, ਆਪਾਂ ਪੰਜਾਬ ਦੇ ਕਰਜ਼ੇ ਦੀ ਹਜੇ ਕਿਸਾਨੀ ਕਰਜ਼ੇ ਦੀ ਗੱਲ ਕਰ ਨਹੀਂ ਰਹੇ, ਉਹ ਕਰੀਏ ਤਾਂ ਆਮਦਨ ਹੋਰ ਘਟ ਜਾਂਦੀ ਹੈ। ਤੇ ਇਹ ਗੰਭੀਰ ਮਸਲੇ ਨੂੰ ਕੇਂਦਰ ਸਰਕਾਰ, ਰਾਜ ਸਰਕਾਰ, ਬੁੱਧੀਜੀਵੀ ਐਂਡ ਅਬਵ ਆਲ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਬੈਠ ਕੇ ਇਹਦਾ ਹੱਲ ਕੱਢਣਾ ਹੈ, ਤਾਂ ਕਿ ਪੰਜਾਬ ਜਿਹੜਾ ਕਿ ਸਦੀਆਂ ਤੋਂ ਇਸ ਦੇਸ਼ ਦੀ ਢਾਲ ਸੋੜ ਆਮ ਨਾ ਸਿਰਫ ਡਿਫੈਂਸ ਆਫ ਇੰਡੀਆ ਦੇ ਵਾਸਤੇ ਬਲਕਿ ਇਸ ਦਾ ਫੂਡ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਵਾਸਤੇ ਜਿਹੜਾ ਰਿਹਾ ਉਹ ਜਾਰੀ ਰਹੇ। ਇਸ ਦੇ ਵਿੱਚ ਪੰਜਾਬ ਦੀ, ਪੰਜਾਬ ਦੇ ਕਿਸਾਨ ਦੀ, ਪੰਜਾਬ ਦੀ ਜਿਹੜੀ ਇਕੋਨਮੀ ਹੈ ਉਹਦੀ, ਤੇ ਦੇਸ਼ ਦੀ ਭਲਾਈ ਇਸੇ ਦੇ ਵਿੱਚ ਹੈ। ਜੈ ਹਿੰਦ।